ਅੱਜ ਆਓ ਅਸੀਂ ਝੂਠੇ ਨਬੀਆਂ ਦੀਆਂ ਵਿਸ਼ੇਸ਼ਤਾਵਾਂ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਅੱਜ ਸਾਡੇ ਇਸ ਵਿਸ਼ੇ ਦਾ ਅਧਿਐਨ ਕਰਨ ਦਾ ਕਾਰਨ ਇਹ ਹੈ ਕਿ ਯੀਸ਼ੂ ਪਹਿਲਾਂ ਤੋਂ ਜਾਣਦੇ ਸੀ ਕਿ ਉਹਨਾਂ ਦੀਆਂ ਸੰਤਾਨਾਂ, ਜਿਨ੍ਹਾਂ ਨੂੰ ਉਹ ਆਪਣਾ ਲਹੂ ਬਹਾ ਕੇ ਪਾਪਾਂ ਦੀ ਮਾਫੀ ਦੇਣਾ ਚਾਹੁੰਦੇ ਸੀ, ਝੂਠੇ ਨਬੀਆਂ ਦੁਆਰਾ ਭਰਮਾਈਆਂ ਜਾਣਗੀਆਂ ਅਤੇ ਉਹਨਾਂ ਨੂੰ ਗਲਤੀ ਨਾਲ ਪਰਮੇਸ਼ਵਰ ਦੇ ਨਬੀ ਸਮਝ ਲੈਣਗੀਆਂ। ਇਸ ਦਾ ਨਤੀਜਾ ਇਹ ਹੋਵੇਗਾ ਕਿ ਉਹਨਾਂ ਦੀਆਂ ਸੰਤਾਨਾਂ ਸਵਰਗ ਦਾ ਰਾਜ ਲੱਭਣ ਵਿੱਚ ਅਸਫਲ ਹੋਣਗੀਆਂ। ਇਸ ਲਈ ਯੀਸ਼ੂ ਨੇ ਸਾਨੂੰ ਝੂਠੇ ਨਬੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਸਿਖਾਇਆ ਤਾਂ ਜੋ ਅਸੀਂ ਉਹਨਾਂ ਤੋਂ ਭਰਮਾਏ ਨਾ ਜਾਈਏ, ਫਿਰ ਭਾਵੇਂ ਉਹ ਕਿੰਨੇ ਵੀ ਨਿਮਰ, ਸੱਚੇ ਅਤੇ ਧਾਰਮਿਕ ਕਿਉਂ ਨਾ ਦਿਖਾਈ ਦੇਣ, ਕਿਉਂਕਿ ਉਹ ਭੇਡਾਂ ਦਾ ਭੇਸ ਪਾਉਂਦੇ ਹਨ। ਆਓ ਅਸੀਂ ਹੁਣ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਝੂਠੇ ਨਬੀਆਂ ਦੀਆਂ ਵਿਸ਼ੇਸ਼ਤਾਵਾਂ ਦੀ ਪੁਸ਼ਟੀ ਕਰੀਏ। ਆਓ ਮਤੀ ਅਧਿਆਇ 7 ਵਚਨ 15 ਦੇਖੀਏ। ਝੂਠੇ ਨਬੀਆਂ ਤੋਂ ਹੋਸ਼ਿਆਰ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ, ਪਰ ਅੰਦਰੋਂ ਉਹ ਕੀ ਹਨ? ਪਾੜਨ ਵਾਲੇ ਬਘਿਆੜ ਹਨ। ਕੀ ਤੁਸੀਂ ਦੱਸ ਸਕਦੇ ਹੋ ਕਿ ਭੇਡਾਂ ਦੇ ਭੇਸ ਵਿੱਚ ਬਘਿਆੜ ਭਾਵ ਝੂਠੇ ਨਬੀ ਕੌਣ ਹਨ? ਨਹੀਂ, ਤੁਸੀਂ ਨਹੀਂ ਦੱਸ ਸਕਦੇ। ਉਹ ਆਮ ਲੋਕਾਂ ਦੀ ਤਰ੍ਹਾਂ ਦਿਖਾਈ ਦਿੰਦੇ ਹਨ, ਪਰ ਪਰਮੇਸ਼ਵਰ ਦਾ ਵਚਨ ਸਾਨੂੰ ਕਹਿੰਦਾ ਹੈ ਕਿ ਆਤਮਿਕ ਰੂਪ ਤੋਂ ਇਹ ਨਬੀ ਭੇਡਾਂ ਦੇ ਭੇਸ ਵਿੱਚ ਅੰਦਰੋਂ ਪਾੜਨ ਵਾਲੇ ਬਘਿਆੜ ਹਨ ਅਤੇ ਉਹ ਸਾਡੀਆਂ ਆਤਮਾਵਾਂ ਨੂੰ ਪਾੜ ਖਾਣਗੇ। ਫਿਰ ਅਸੀਂ ਇਹਨਾਂ ਝੂਠੇ ਨਬੀਆਂ ਨੂੰ ਕਿਵੇਂ ਪਛਾਣ ਸਕਦੇ ਹਾਂ? ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਪਰਮੇਸ਼ਵਰ ਸਮਝਾਉਂਦੇ ਹਨ ਕਿ ਅਸੀਂ ਉਹਨਾਂ ਦੇ ਨਤੀਜਿਆਂ ਨੂੰ ਦੇਖ ਕੇ ਸਮਝ ਸਕਦੇ ਹਾਂ ਕਿ ਉਹ ਮੌਜੂਦਾ ਵਿੱਚ ਕੀ ਕਰ ਰਹੇ ਹਨ, ਕਿਉਂਕਿ ਯੀਸ਼ੂ ਦੀ ਇਹ ਸਿੱਖਿਆ ਖੁਸ਼ਖਬਰੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ। ਇਸ ਲਈ ਇਹ ਬਾਈਬਲ ਵਿੱਚ ਦਰਜ ਹੈ। ਆਓ ਅਸੀਂ ਮਤੀ ਅਧਿਆਇ 24 ਉੱਤੇ ਜਾਈਏ। ਮਤੀ ਅਧਿਆਇ 24 ਵਚਨ 3। ਜਦ ਉਹ ਜੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ, ਉਹਦੇ ਚੇਲੇ ਉਹਦੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਅਰ ਯੁੱਗ ਦੇ ਅੰਤ ਦਾ ਕੀ ਲੱਛਣ ਹੋਊ? ਯੁੱਗ ਦੇ ਅੰਤ ਦਾ ਮਤਲਬ ਅੰਤਮ ਯੁੱਗ ਹੈ। ਚੇਲਿਆਂ ਨੇ ਯੀਸ਼ੂ ਨੂੰ ਪੁੱਛਿਆ ਕਿ ਅੰਤਿਮ ਯੁੱਗ ਦੀ ਨਿਸ਼ਾਨੀ ਕੀ ਹੋਵੇਗੀ? ਆਓ ਅਸੀਂ ਵਚਨ 4 ਨਾਲ ਜਾਰੀ ਰਹੀਏ। ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਚੌਕਸ ਰਹੋ, ਭਾਈ ਤੁਹਾਨੂੰ ਕੋਈ ਭੁਲਾਵੇ ਵਿੱਚ ਨਾ ਪਾਵੇ। ਇਸ ਲਈ ਸਾਨੂੰ ਉਹਨਾਂ ਲੋਕਾਂ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ ਜੋ ਸਾਨੂੰ ਭੁਲਾਵੇ ਵਿੱਚ ਪਾਉਂਦੇ ਹਨ। ਯੀਸ਼ੂ ਨੇ ਕਿਹਾ, ਖਬਰਦਾਰ ਰਹੋ ਕਿ ਤੁਸੀਂ ਉਹਨਾਂ ਲੋਕਾਂ ਦੇ ਭੁਲਾਵੇ ਵਿੱਚ ਨਾ ਆਓ ਜੋ ਤੁਹਾਡੀ ਆਤਮਾ ਨੂੰ ਨਰਕ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰਨਗੇ ਅਤੇ ਸਵਰਗ ਵਿੱਚ ਪ੍ਰਵੇਸ਼ ਕਰਨ ਤੋਂ ਰੋਕਣਗੇ। ਫਿਰ ਆਓ ਅਸੀਂ ਦੇਖੀਏ ਕਿ ਵਚਨ 11 ਦੇ ਅਨੁਸਾਰ ਇਸ ਤਰ੍ਹਾਂ ਦੇ ਲੋਕ ਕੌਣ ਹਨ। ਔਰ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਇਹ ਇੱਕ ਅਜਿਹਾ ਯੁੱਗ ਹੈ ਜਦੋਂ ਪਰਮੇਸ਼ਵਰ ਦੀ ਸੱਚਾਈ ਖੁਸ਼ਹਾਲੀ ਨਾਲ ਭਰੀ ਹੋਣੀ ਚਾਹੀਦੀ ਹੈ, ਪਰ ਭੇਡਾਂ ਦੇ ਭੇਸ ਵਿੱਚ ਬਹੁਤ ਸਾਰੇ ਝੂਠੇ ਨਬੀ ਪ੍ਰਗਟ ਹੋਣਗੇ ਅਤੇ ਆਤਮਾਵਾਂ ਨੂੰ ਨਸ਼ਟ ਕਰਨਗੇ। ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਹੋ ਜਾਵੇਗੀ, ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ। ਜੋ ਸਭ ਕੌਮਾਂ ਉੱਤੇ ਸਾਖੀ ਹੋਵੇ, ਤਦ ਅੰਤ ਆਵੇਗਾ। ਅੱਜ ਸਾਡੇ ਲਈ ਜਿਸ ਗੱਲ ਉੱਤੇ ਧਿਆਨ ਦੇਣਾ ਮਹੱਤਵਪੂਰਨ ਹੈ, ਉਹ ਇਹ ਹੈ ਕਿ ਬਹੁਤ ਸਾਰੇ ਝੂਠੇ ਨਬੀ ਪ੍ਰਗਟ ਹੋਣਗੇ ਅਤੇ ਬਹੁਤ ਸਾਰੇ ਲੋਕਾਂ ਨੂੰ ਭੁਲਾਵੇ ਵਿੱਚ ਪਾਉਣਗੇ। ਇਸ ਕਾਰਨ ਯੀਸ਼ੂ ਚਿੰਤਤ ਸੀ। ਫਿਰ ਜੇਕਰ ਅਸੀਂ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣ ਲਈਏ, ਫਿਰ ਅਸੀਂ ਉਹਨਾਂ ਦੇ ਧੋਖੇ ਵਿੱਚ ਨਹੀਂ ਆਵਾਂਗੇ ਅਤੇ ਧੋਖਾ ਨਹੀਂ ਖਾਵਾਂਗੇ, ਹੈ ਨਾ? ਲੋਕ ਧੋਖਾ ਖਾਂਦੇ ਹਨ ਕਿਉਂਕਿ ਉਹ ਨਹੀਂ ਜਾਣਦੇ। ਹਾਲ ਹੀ ਵਿੱਚ ਅਜਿਹੇ ਅਪਰਾਧੀ ਹੋਏ ਹਨ ਜੋ ਵਾਇਸ ਫਿਸ਼ਿੰਗ ਕਰਦੇ ਹਨ। ਉਹ ਸੁਪਰੀਮ ਕੋਰਟ ਜਾਂ ਪ੍ਰੋਸੀਕਿਊਸ਼ਨ ਦਫ਼ਤਰ ਤੋਂ ਕਾਲ ਕਰਨ ਦਾ ਬਹਾਨਾ ਕਰਦੇ ਹੋਏ ਲੋਕਾਂ ਨਾਲ ਸੰਪਰਕ ਕਰਦੇ ਹਨ ਅਤੇ ਉਹਨਾਂ ਨੂੰ ਕਹਿੰਦੇ ਹਨ, ਜੇਕਰ ਤੁਸੀਂ ਪੈਸੇ ਟ੍ਰਾਂਸਫਰ ਨਹੀਂ ਕਰਦੇ ਤਾਂ ਕੁਝ ਬੁਰਾ ਹੋਵੇਗਾ। ਲੋਕ ਇਸ ਨੂੰ ਸੱਚ ਸਮਝ ਕੇ ਡਰ ਜਾਂਦੇ ਹਨ। ਕੁਝ ਲੋਕ ਠੱਗੀ ਮਾਰਨ ਵਾਲੇ ਗਿਰੋਹ ਨੂੰ ਆਪਣਾ ਖਾਤਾ ਨੰਬਰ ਦਿੰਦੇ ਹਨ ਜਾਂ ਉਹਨਾਂ ਦੁਆਰਾ ਦਿੱਤੇ ਗਏ ਖਾਤੇ ਵਿੱਚ ਦਸੀਆਂ ਹਜ਼ਾਰਾਂ ਕਰੋੜ ਰੁਪਏ ਟ੍ਰਾਂਸਫਰ ਕਰਦੇ ਹਨ। ਬਾਅਦ ਵਿੱਚ ਜਦੋਂ ਉਹਨਾਂ ਨੂੰ ਹੋਸ਼ ਆਉਂਦਾ ਹੈ, ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨਾਲ ਧੋਖਾ ਹੋਇਆ ਹੈ। ਇਹ ਇੱਕ ਅਜਿਹਾ ਮੁੱਦਾ ਹੈ ਜੋ ਮੌਜੂਦਾ ਸਮਾਜ ਵਿੱਚ, ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਅਕਸਰ ਵਾਪਰਦਾ ਹੈ। ਸੱਚੇ ਨਬੀ ਪਰਮੇਸ਼ਵਰ ਦੁਆਰਾ ਭੇਜੇ ਗਏ ਨਬੀ ਹਨ। ਦੂਸਰੇ ਪਾਸੇ ਝੂਠੇ ਨਬੀ ਉਹ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਦੁਆਰਾ ਨਹੀਂ ਭੇਜਿਆ ਜਾਂਦਾ, ਬਲਕਿ ਉਹ ਖੁਦ ਦਾ ਅਜਿਹਾ ਭੇਸ ਬਦਲਦੇ ਹਨ ਜਿਵੇਂ ਕਿ ਉਹਨਾਂ ਨੂੰ ਪਰਮੇਸ਼ਵਰ ਦੁਆਰਾ ਭੇਜਿਆ ਗਿਆ ਹੋਵੇ।
ਪਰ ਪਰਮੇਸ਼ਵਰ ਨੇ ਸਾਨੂੰ ਝੂਠੇ ਨਬੀਆਂ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣਨ ਦਿੱਤਾ, ਜਿਸ ਨਾਲ ਅਸੀਂ ਉਹਨਾਂ ਦੀ ਪਛਾਣ ਕਰ ਸਕੀਏ। ਆਓ ਅਸੀਂ ਬਾਈਬਲ ਦੇ ਦੁਆਰਾ ਉਹਨਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਦੀ ਜਾਂਚ ਕਰੀਏ। ਆਓ ਮਿਲ ਕੇ ਮਤੀ ਅਧਿਆਇ 23 ਆਇਤ 13 ਵਿੱਚ ਪਰਮੇਸ਼ਵਰ ਦੀ ਸਿੱਖਿਆ ਦੇਖੀਏ। ਪਰ ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਇਸ ਲਈ ਜੋ ਤੁਸੀਂ ਸੁਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ, ਕਿਉਂ ਜੋ ਉਸ ਵਿੱਚ ਨਾ ਆਪ ਵੜਦੇ ਹੋ, ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ। ਯੀਸ਼ੂ ਨੇ ਕਿਹਾ, ਤੁਹਾਡੇ ਉੱਤੇ ਹਾਏ। ਲਗਭਗ 2000 ਸਾਲ ਪਹਿਲਾਂ ਯੀਸ਼ੂ ਨੇ ਫਰੀਸੀਆਂ ਤੇ ਗ੍ਰੰਥੀਆਂ ਵੱਲ ਸੰਕੇਤ ਕਰਦੇ ਹੋਏ ਕਿਹਾ, ਉਹ ਝੂਠੇ ਨਬੀ ਹਨ। ਉਸ ਤਰ੍ਹਾਂ ਸਵਰਗੀ ਪਿਤਾ ਜੀ ਅਤੇ ਸਵਰਗੀ ਮਾਤਾ ਜੀ, ਮਤਲਬ ਆਤਮਾ ਤੇ ਲਾੜੀ, ਪਵਿੱਤਰ ਆਤਮਾ ਦੇ ਯੁੱਗ ਵਿੱਚ ਇਸ ਧਰਤੀ ਉੱਤੇ ਆਏ ਹਨ ਅਤੇ ਬਾਈਬਲ ਦੇ ਦੁਆਰਾ ਸਾਨੂੰ ਜਾਣਨ ਦੇ ਰਹੇ ਹਨ ਕਿ ਝੂਠੇ ਨਬੀ ਕੌਣ ਹਨ, ਹੈ ਨਾ? ਅਸੀਂ ਸੱਚਾਈ ਨੂੰ ਸਵੀਕਾਰ ਕੀਤਾ ਹੈ, ਇਸ ਲਈ ਸਾਨੂੰ ਵਿਵਾਦਿਤ ਜਾਂ ਵਿਚਲਿਤ ਨਹੀਂ ਹੋਣਾ ਚਾਹੀਦਾ ਹੈ। ਝੂਠੇ ਨਬੀਆਂ ਦਾ ਉਦੇਸ਼ ਆਤਮਾਵਾਂ ਨੂੰ ਨਸ਼ਟ ਕਰਨਾ ਹੈ। ਇਹੀ ਉਹਨਾਂ ਦਾ ਇੱਕੋ ਇੱਕ ਉਦੇਸ਼ ਹੈ। ਉਹਨਾਂ ਦਾ ਬਾਹਰੀ ਰੂਪ ਧਾਰਮਿਕ ਅਤੇ ਪਵਿੱਤਰ ਲੱਗਦਾ ਹੈ, ਜਿਵੇਂ ਕਿ ਉਹ ਲੋਕਾਂ ਦੀ ਪਰਮੇਸ਼ਵਰ ਵੱਲ ਅਗਵਾਈ ਕਰਦੇ ਹਨ। ਪਰ ਯੀਸ਼ੂ ਨੇ ਵੱਖਰੇ ਤਰੀਕੇ ਨਾਲ ਕਿਹਾ। ਸਾਨੂੰ ਠੀਕ ਤਰ੍ਹਾਂ ਸਮਝਣ ਦੀ ਜ਼ਰੂਰਤ ਹੈ ਕਿ ਯੀਸ਼ੂ ਨੇ ਅਜਿਹਾ ਕਿਉਂ ਕਿਹਾ। ਬਾਹਰੀ ਰੂਪ ਨਾਲ ਉਹ ਨਿਮਰ ਲੇਲੇ ਦੀ ਤਰ੍ਹਾਂ ਵਿਖਾਈ ਦਿੰਦੇ ਹਨ, ਪਰ ਆਤਮਿਕ ਰੂਪ ਨਾਲ ਦੇਖਣ ਤੇ ਉਹ ਆਤਮਾਵਾਂ ਨੂੰ ਨਸ਼ਟ ਕਰਨ ਲਈ ਨਰਕ ਤੋਂ ਭੇਜੇ ਗਏ ਦੂਤ ਹਨ। ਅੱਜ ਪ੍ਰਗਟ ਹੋਣ ਵਾਲੇ ਝੂਠੇ ਨਬੀਆਂ ਦੀਆਂ ਵਿਸ਼ੇਸ਼ਤਾਵਾਂ 2000 ਸਾਲ ਪਹਿਲਾਂ ਦੇ ਝੂਠੇ ਨਬੀਆਂ ਵਾਂਗ ਹੈ। ਉਹ ਬਿਲਕੁਲ ਉਸ ਤਰ੍ਹਾਂ ਹੀ ਕੰਮ ਕਰ ਰਹੇ ਹਨ। ਇਸ ਲਈ ਅਸੀਂ ਉਹਨਾਂ ਨੂੰ ਆਸਾਨੀ ਨਾਲ ਪਹਿਚਾਣ ਸਕਦੇ ਹਾਂ। ਆਓ ਮਤੀ ਅਧਿਆਇ 15 ਆਇਤ 7 ਦੇਖੀਏ। ਕਪਟੀਓ, ਉਹ ਕਪਟੀ ਹਨ ਕਿਉਂਕਿ ਉਹ ਸਿਰਫ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਦਾ ਦਿਖਾਵਾ ਕਰਦੇ ਹਨ। ਯਸ਼ਾਇਆ ਨੇ ਤੁਹਾਡੇ ਵਿਖੇ ਠੀਕ ਅਗੰਮਵਾਕ ਕੀਤਾ ਹੈ ਕਿ ਇਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਹਨਾਂ ਦਾ ਦਿਲ ਮੈਥੋਂ ਦੂਰ ਹੈ। ਉਹ ਪਰਮੇਸ਼ਵਰ ਦੀ ਉਪਾਸਨਾ ਕਿਵੇਂ ਕਰਦੇ ਹਨ? ਉਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ। ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਉਹ ਮਨੁੱਖਾਂ ਦੇ ਹੁਕਮਾਂ ਨੂੰ ਸਿਖਾਉਂਦੇ ਅਤੇ ਉਹਨਾਂ ਦਾ ਅਭਿਆਸ ਕਰਾਉਂਦੇ ਹਨ। ਉਹ ਪਰਮੇਸ਼ਵਰ ਦੀ ਵਿਰਥਾ ਉਪਾਸਨਾ ਕਰਦੇ ਹਨ ਕਿਉਂਕਿ ਉਹਨਾਂ ਦੇ ਵਿਚਾਰ ਅਤੇ ਫੈਸਲੇ ਮਨੁੱਖਾਂ ਦੇ ਹੁਕਮਾਂ ਉੱਤੇ ਆਧਾਰਿਤ ਹੁੰਦੇ ਹਨ। ਇਹ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ, ਜਿਵੇਂ ਯੀਸ਼ੂ ਨੇ ਦੱਸਿਆ। ਆਓ ਅਸੀਂ ਵਚਨ 13 ਨਾਲ ਜਾਰੀ ਰਹੀਏ। ਉਹਨੇ ਉੱਤਰ ਦਿੱਤਾ, ਭਈ ਹਰੇਕ ਬੂਟਾ ਜੋ ਮੇਰੇ ਸੁਰਗੀਆ ਪਿਤਾ ਨੇ ਨਹੀਂ ਲਾਇਆ, ਸੋ ਜੜੋਂ ਪੁੱਟਿਆ ਜਾਵੇਗਾ। ਬਾਈਬਲ ਕਹਿੰਦੀ ਹੈ, ਉਹ ਸਭ ਜੋ ਮਨੁੱਖਾਂ ਦੇ ਹੁਕਮਾਂ ਨੂੰ ਮੰਨਦੇ ਹਨ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਨਹੀਂ ਲਗਾਇਆ ਨਾ ਹੀ ਸਿਖਾਇਆ, ਪੁੱਟੇ ਜਾਣਗੇ ਅਤੇ ਅੰਤ ਵਿੱਚ ਸਦੀਪਕ ਨਰਕ ਦੀ ਅੱਗ ਵਿੱਚ ਸੁੱਟੇ ਜਾਣਗੇ। ਉਹਨਾਂ ਨੂੰ ਜਾਣ ਦਿਓ, ਉਹ ਅੰਨੇ ਆਗੂ ਹਨ, ਅਤੇ ਜੇ ਅੰਨਾ ਅੰਨੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ। ਝੂਠੇ ਨਬੀਆਂ ਦੀ ਇੱਕ ਵਿਸ਼ੇਸ਼ਤਾ ਜੋ ਇੱਥੇ ਦੱਸੀ ਗਈ ਇਹ ਹੈ ਕਿ ਉਹ ਮਨੁੱਖਾਂ ਦੇ ਹੁਕਮਾਂ ਨੂੰ ਸਿਖਾਉਂਦੇ ਹਨ, ਜਿਸ ਦਾ ਅਰਥ ਇਹ ਹੈ ਕਿ ਝੂਠੇ ਨਬੀ ਕਦੇ ਵੀ ਪਰਮੇਸ਼ਵਰ ਦੇ ਹੁਕਮ ਨੂੰ ਨਹੀਂ ਸਿਖਾਉਂਦੇ, ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਮਨੁੱਖਾਂ ਦੇ ਹੁਕਮਾਂ ਉੱਤੇ ਆਧਾਰਿਤ ਹੈ। ਇਸ ਲਈ ਸਾਨੂੰ ਅਜਿਹੇ ਲੋਕਾਂ ਨੂੰ ਪਹਿਚਾਨਣਾ ਚਾਹੀਦਾ ਹੈ। ਫਿਰ ਸਾਨੂੰ ਮਨੁੱਖਾਂ ਦੇ ਹੁਕਮਾਂ ਬਾਰੇ ਹੋਰ ਜ਼ਿਆਦਾ ਵਿਸਤਾਰ ਨਾਲ ਜਾਂਚ ਕਰਨ ਦੀ ਜ਼ਰੂਰਤ ਹੈ। ਆਓ ਯਸ਼ਾਇਆ ਅਧਿਆਇ 29 ਆਇਤ 11 ਵਿੱਚ ਪਰਮੇਸ਼ਵਰ ਦੀ ਸਿੱਖਿਆ ਦੇਖੀਏ। ਇਸ ਲਈ ਸਾਰਾ ਦਰਸ਼ਨ, ਮਤਲਬ ਬਾਈਬਲ ਦੇ ਸਾਰੇ ਵਚਨ, ਤੁਹਾਡੇ ਲਈ ਉਸ ਮੋਹਰ ਲੱਗੀ ਹੋਈ ਪੁਸਤਕ ਦੀਆਂ ਗੱਲਾਂ ਵਾਂਗੂ ਹਨ। ਬਾਈਬਲ ਦੇ ਵਚਨ ਇੱਕ ਬੰਦ ਕਿਤਾਬ ਦੇ ਸ਼ਬਦਾਂ ਵਾਂਗ ਹੈ। ਇਹ ਜਾਣਨ ਲਈ ਕਿ ਪੁਸਤਕ ਦੇ ਅੰਦਰ ਕੀ ਲਿਖਿਆ ਹੈ, ਸਾਨੂੰ ਉਸ ਨੂੰ ਖੋਲ੍ਹਣ ਦੀ ਜ਼ਰੂਰਤ ਹੈ। ਜੇਕਰ ਉਹ ਬੰਦ ਹੈ, ਫਿਰ ਕੀ ਅਸੀਂ ਜਾਣ ਸਕਦੇ ਹਾਂ ਕਿ ਉਸ ਦੇ ਅੰਦਰ ਕੀ ਲਿਖਿਆ ਹੈ? ਆਓ ਅਸੀਂ ਦੇਖੀਏ ਕਿ ਕਿਸ ਤਰ੍ਹਾਂ ਦੇ ਲੋਕਾਂ ਲਈ ਬਾਈਬਲ ਬੰਦ ਹੈ। ਸਾਰਾ ਦਰਸ਼ਨ ਤੁਹਾਡੇ ਲਈ ਉਸ ਮੋਹਰ ਲੱਗੀ ਹੋਈ ਪੁਸਤਕ ਦੀਆਂ ਗੱਲਾਂ ਵਾਂਗੂ ਹੈ, ਜਿਹੜੀ ਉਹ ਕਿਸੇ ਪੜ੍ਹੇ ਹੋਏ ਨੂੰ ਇਹ ਆਖ ਕੇ ਦੇਣ ਕਿ ਇਹਨੂੰ ਪੜ੍ਹੋ ਤਾਂ, ਪਰ ਉਹ ਆਖੇ ਮੈਂ ਪੜ੍ਹ ਨਹੀਂ ਸਕਦਾ ਕਿਉਂ ਜੋ ਉਸ ਨੂੰ ਮੋਹਰ ਲੱਗੀ ਹੋਈ ਹੈ। ਫਿਰ ਉਹ ਪੁਸਤਕ ਕਿਸੇ ਅਨਪੜ੍ਹ ਨੂੰ ਇਹ ਆਖ ਕੇ ਦਿੱਤੀ ਜਾਵੇ ਕਿ ਇਹਨੂੰ ਪੜ੍ਹੋ ਤਾਂ, ਪਰ ਉਹ ਆਖੇ ਮੈਂ ਅਨਪੜ੍ਹ ਹਾਂ। ਤਾਂ ਪ੍ਰਭੂ ਨੇ ਆਖਿਆ, ਇਸ ਲਈ ਕਿ ਇਹ ਲੋਕ ਮੇਰੇ ਨੇੜੇ ਆਉਂਦੇ ਅਤੇ ਆਪਣੇ ਮੂੰਹਾਂ ਅਰ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਉਹਨਾਂ ਦਾ ਦਿਲ ਮੈਥੋਂ ਦੂਰ ਹੈ। ਜੋ ਸਿਰਫ
ਕਿਸ ਦੇ ਹੁਕਮ ਸੁਣਦੇ ਹਨ? ਮਨੁੱਖਾਂ ਦੇ ਹੁਕਮ ਸੁਣ ਸੁਣ ਕੇ ਮੇਰਾ ਭੈ ਮੰਨਦੇ ਹਨ। ਆਓ ਵਚਨ 14 ਨਾਲ ਜਾਰੀ ਰਹੀਏ। ਇਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ ਕੰਮ ਕਰਾਂਗਾ, ਅਚਰਜ ਅਰ ਅਜੂਬਾ ਕੰਮ, ਅਤੇ ਉਹਨਾਂ ਦੇ ਬੁੱਧੀਮਾਨਾਂ ਦੀ ਬੁੱਧ ਨਾਸ ਹੋ ਜਾਵੇਗੀ ਅਤੇ ਉਹਨਾਂ ਦੇ ਚਤਰਿਆਂ ਦੀ ਚਤਰਾਈ ਲੁਕਾਈ ਜਾਵੇਗੀ। ਆਦਮੀਆਂ ਦੇ ਹੁਕਮਾਂ ਨੂੰ ਸਿਖਾਉਣ ਵਾਲਿਆਂ ਦੀ ਬੁੱਧੀ ਅਤੇ ਚਤਰਾਈ ਨਾਸ਼ ਹੋ ਜਾਂਦੀ ਹੈ ਅਤੇ ਉਹਨਾਂ ਲਈ ਪਰਮੇਸ਼ਵਰ ਦੇ ਵਚਨ ਦਾ ਦਰਸ਼ਨ ਸਿਰਫ ਮੋਹਰ ਬੰਦ ਕੀਤੀ ਗਈ ਪੁਸਤਕ ਦੀਆਂ ਗੱਲਾਂ ਵਾਂਗ ਹੈ। ਉਹ ਇਸ ਨੂੰ ਸੁਣਦੇ ਹਨ ਪਰ ਉਹਨਾਂ ਨੂੰ ਨਹੀਂ ਪਤਾ ਕਿ ਇਹ ਕੀ ਕਹਿੰਦਾ ਹੈ। ਉਹ ਇਸ ਨੂੰ ਦੇਖਦੇ ਹਨ ਪਰ ਉਹ ਇਸ ਦਾ ਅਰਥ ਨਹੀਂ ਸਮਝਦੇ। ਉਹਨਾਂ ਕੋਲ ਮਨ ਹੈ ਪਰ ਉਹ ਮਹਿਸੂਸ ਨਹੀਂ ਕਰ ਪਾਉਂਦੇ। ਇਹੀ ਗੱਲ ਉਹਨਾਂ ਲੋਕਾਂ ਉੱਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਨੂੰ ਝੂਠੇ ਨਬੀਆਂ ਦੁਆਰਾ ਸਿਖਾਇਆ ਜਾਂਦਾ ਹੈ ਕਿ ਪਰਮੇਸ਼ਵਰ ਨੇ ਨਹੀਂ ਕਿਹਾ ਜੋ ਇਹਨਾਂ ਲੋਕਾਂ ਦੀ ਅਗਵਾਈ ਕਰਦੇ ਹਨ ਉਹ ਨਾਸ ਹੋ ਜਾਂਦੇ ਹਨ, ਇਸ ਲਈ ਜਿਨ੍ਹਾਂ ਦੀ ਅਗਵਾਈ ਹੁੰਦੀ ਹੈ ਉਹ ਵੀ ਨਾਸ ਹੋ ਜਾਂਦੇ ਹਨ। ਇਸ ਲਈ ਜਦੋਂ ਯੀਸ਼ੂ 2000 ਸਾਲ ਪਹਿਲਾਂ ਇਸ ਧਰਤੀ ਉੱਤੇ ਆਏ, ਉਦੋਂ ਉਹਨਾਂ ਨੇ ਖੁਦ ਇਸ ਗੱਲ ਦੀ ਗਵਾਹੀ ਦਿੱਤੀ ਕਿ ਫਰੀਸੀ ਅਤੇ ਗ੍ਰੰਥੀ ਝੂਠੇ ਨਬੀ ਹਨ। ਇਸ ਯੁੱਗ ਵਿੱਚ ਵੀ ਸਵਰਗੀ ਪਿਤਾ ਜੀ ਅਤੇ ਸਵਰਗੀ ਮਾਤਾ ਜੀ ਇਸ ਧਰਤੀ ਉੱਤੇ ਆਏ ਹਨ ਅਤੇ ਸਾਨੂੰ ਬਾਈਬਲ ਦੀਆਂ ਗਵਾਹੀਆਂ ਦੁਆਰਾ ਅੱਜ ਝੂਠੇ ਨਬੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਨ ਦਿੰਦੇ ਹਨ। ਫਿਰ ਇਸ ਯੁੱਗ ਵਿੱਚ ਮਨੁੱਖਾਂ ਦੇ ਕਿਹੜੇ ਹੁਕਮਾਂ ਦਾ ਪਾਲਨ ਕੀਤਾ ਜਾਂਦਾ ਹੈ? ਜੇਕਰ ਅਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਾਂ ਫਿਰ ਸਾਨੂੰ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ। ਪਰ ਅਸਲ ਵਿੱਚ ਅੱਜ ਕੱਲ੍ਹ ਦੇ ਚਰਚ ਪਰਮੇਸ਼ਵਰ ਦੁਆਰਾ ਨਹੀਂ ਪਰ ਮਨੁੱਖਾਂ ਦੁਆਰਾ ਸਥਾਪਿਤ ਕੀਤੀ ਗਈ ਪਰੰਪਰਾਵਾਂ ਅਤੇ ਹੁਕਮਾਂ ਦਾ ਪਾਲਨ ਕਰ ਰਹੇ ਹਨ। ਸਾਨੂੰ ਇਸ ਸਥਿਤੀ ਨੂੰ ਠੀਕ ਤਰ੍ਹਾਂ ਸਮਝਣ ਦੀ ਜ਼ਰੂਰਤ ਹੈ। ਜੇਕਰ ਅਸੀਂ ਅਜਿਹਾ ਕਰੀਏ ਫਿਰ ਅਸੀਂ ਮਨੁੱਖਾਂ ਦੇ ਹੁਕਮਾਂ ਨੂੰ ਮੰਨਣ ਵਾਲੇ ਚਰਚ ਅਤੇ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਕਰਨ ਵਾਲੇ ਚਰਚ ਵਿਚਕਾਰ ਫਰਕ ਕਰਨ ਵਿੱਚ ਸਫਲ ਹੋਵਾਂਗੇ। ਆਓ ਹਿਜਕੀਏਲ ਅਧਿਆਇ 22 ਉੱਤੇ ਜਾਈਏ। ਹਿਜਕੀਏਲ ਨਬੀ ਦੁਆਰਾ ਲਿਖੀਆਂ ਗਈਆਂ ਭਵਿੱਖਬਾਣੀਆਂ ਵਿੱਚੋਂ ਝੂਠੇ ਨਬੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਤਾਰ ਨਾਲ ਦਰਜ ਕੀਤਾ ਗਿਆ ਹੈ। ਆਓ ਹਿਜਕੀਏਲ ਅਧਿਆਇ 22 ਵਚਨ 23 ਵਿੱਚ ਪਰਮੇਸ਼ਵਰ ਦੀ ਸਿੱਖਿਆ ਦੇਖੀਏ। ਯਹੋਵਾ ਦਾ ਵਚਨ ਮੇਰੇ ਕੋਲ ਆਇਆ ਕਿ ਹੇ ਆਦਮੀ ਦੇ ਪੁੱਤਰ, ਉਹਨੂੰ ਆਖ ਤੂੰ ਉਹ ਧਰਤੀ ਹੈ ਜਿਹੜੀ ਸ਼ੁੱਧ ਨਹੀਂ ਕੀਤੀ ਗਈ ਅਤੇ ਜਿਸ ਉੱਤੇ ਕ੍ਰੋਧ ਦੇ ਦਿਨ ਵਿੱਚ ਵਰਖਾ ਨਹੀਂ ਹੋਈ। ਉਹਦੇ ਵਿੱਚ ਉਹਦੇ ਨਬੀਆਂ ਨੇ ਗੋਸ਼ਟੀ ਕੀਤੀ। ਉਹ ਕਿਸ ਦੇ ਵਾਂਗ ਹੈ? ਗੱਜਣ ਵਾਲੇ ਬੱਬਰ ਸ਼ੇਰ ਵਾਂਗਰ ਸ਼ਿਕਾਰ ਨੂੰ ਫਾੜਦਿਆਂ ਉਹ ਜੀਆਂ ਨੂੰ ਖਾ ਗਏ ਹਨ। ਉਹ ਖਜ਼ਾਨੇ ਅਤੇ ਵੱਡਮੁੱਲੀਆਂ ਵਸਤੂਆਂ ਨੂੰ ਖੋਹ ਲੈਂਦੇ ਹਨ। ਉਹਨਾਂ ਨੇ ਉਸ ਵਿੱਚ ਢੇਰ ਵਿਧਵਾ ਬਣਾ ਦਿੱਤੀਆਂ ਹਨ। ਆਓ ਵਚਨ 26 ਨਾਲ ਜਾਰੀ ਰਹੀਏ। ਉਹਦੇ ਜਾਜਕਾਂ ਨੇ ਮੇਰੀ ਵਿਵਸਥਾ ਦੇ ਅਰਥ ਨੂੰ ਪਲੀਤ ਕੀਤਾ ਹੈ। ਹਿਜਕੀਏਲ ਨਬੀ ਨੇ ਝੂਠੇ ਨਬੀਆਂ ਦੇ ਕੰਮਾਂ ਵੱਲ ਸੰਕੇਤ ਕਰਦੇ ਹੋਏ ਕਿਹਾ, ਉਹ ਗੱਜਣ ਵਾਲੇ ਬੱਬਰ ਸ਼ੇਰ ਵਾਂਗ ਹੈ। ਪਹਿਲਾ ਪਤਰਸ ਅਧਿਆਇ 5 ਵਚਨ 8 ਵਿੱਚ ਸ਼ੈਤਾਨ ਦੀ ਤੁਲਨਾ ਗੱਜਣ ਵਾਲੇ ਬੱਬਰ ਸ਼ੇਰ ਵਾਂਗ ਕੀਤੀ ਗਈ ਹੈ। ਬਾਈਬਲ ਦੇ ਅਨੁਸਾਰ ਝੂਠੇ ਨਬੀਆਂ ਦੀ ਤੁਲਨਾ ਗੱਜਣ ਵਾਲੇ ਬੱਬਰ ਸ਼ੇਰ ਨਾਲ ਕੀਤੀ ਜਾਂਦੀ ਹੈ। ਆਓ ਵਚਨ 26 ਨਾਲ ਜਾਰੀ ਰਹੀਏ। ਉਹਦੇ ਜਾਜਕਾਂ ਨੇ ਮੇਰੀ ਵਿਵਸਥਾ ਨੂੰ ਭੰਨਿਆ ਅਤੇ ਮੇਰੀਆਂ ਪਵਿੱਤਰ ਵਸਤੂਆਂ ਨੂੰ ਪਲੀਤ ਕੀਤਾ ਹੈ। ਇਸ ਦਾ ਅਰਥ ਹੈ ਕਿ ਉਹ ਪਰਮੇਸ਼ਵਰ ਦੀ ਵਿਵਸਥਾ ਦੀ ਉਲੰਘਣਾ ਕਰਦੇ ਹਨ। ਉਹਨਾਂ ਨੇ ਹੋਰ ਕੀ ਕੀਤਾ ਹੈ? ਉਹਨਾਂ ਨੇ ਪਵਿੱਤਰ ਅਤੇ ਅਪਵਿੱਤਰ ਕੁਝ ਭੇਤ ਨਹੀਂ ਰੱਖਿਆ ਅਤੇ ਅਸ਼ੁੱਧ ਅਤੇ ਸ਼ੁੱਧ ਵਿੱਚ ਫਰਕ ਨਹੀਂ ਜਾਣਿਆ ਹੈ। ਉਹ ਕਿਸ ਤੋਂ ਅੱਖਾਂ ਫੇਰਦੇ ਹਨ? ਮੇਰੇ ਸ਼ਬਦਾਂ ਤੋਂ ਉਹਨਾਂ ਨੇ ਅੱਖਾਂ ਫੇਰ ਲਈਆਂ, ਸੋ ਮੈਂ ਉਹਨਾਂ ਵਿੱਚ ਪਲੀਤ ਹੋਇਆ। ਇੱਥੇ ਅਸੀਂ ਝੂਠੇ ਨਬੀਆਂ ਦੀ ਪਹਿਚਾਣ ਕਰਨ ਲਈ ਇੱਕ ਨਿਰਣਾਇਕ ਕਾਰਕ ਪਾ ਸਕਦੇ ਹਾਂ। ਇੱਥੇ ਹਿਜਕੀਏਲ ਨਬੀ ਦੁਆਰਾ ਲਿਖੀ ਗਈ ਬਹੁਤ ਹੀ ਮਹੱਤਵਪੂਰਨ ਭਵਿੱਖਬਾਣੀ ਹੈ। ਕਿਉਂਕਿ ਉਹ ਪਰਮੇਸ਼ਵਰ ਦੇ ਸ਼ਬਦਾਂ ਤੋਂ ਅੱਖਾਂ ਫੇਰਦੇ ਹਨ, ਇਸ ਲਈ ਉਹ ਦੂਸਰਿਆਂ ਲੋਕਾਂ ਨੂੰ ਇਸ ਬਾਰੇ ਨਹੀਂ ਸਿਖਾਉਂਦੇ। ਕਿਉਂਕਿ ਉਹ ਸ਼ਬਦ ਬਾਰੇ ਨਹੀਂ ਸਿਖਾਉਂਦੇ, ਉਹ ਇਸ ਨੂੰ ਮਨਾਉਂਦੇ ਵੀ ਨਹੀਂ ਹਨ। ਮੇਰੇ ਸ਼ਬਦਾਂ ਤੋਂ ਉਹਨਾਂ ਨੇ ਅੱਖਾਂ ਫੇਰ ਲਈਆਂ, ਜਿਸ ਤੋਂ ਉਹਨਾਂ ਵਿਚਕਾਰ ਪਰਮੇਸ਼ਵਰ ਦੇ ਨਾਲ ਕਿਵੇਂ ਵਿਵਹਾਰ ਕੀਤਾ ਜਾਂਦਾ ਹੈ। ਸੋ ਮੈਂ ਉਹਨਾਂ ਵਿੱਚ ਪਲੀਤ ਹੋਇਆ ਹਾਂ। ਅੱਜ ਦੇ ਝੂਠੇ ਨਬੀਆਂ ਦੀ ਸਭ ਤੋਂ ਧਿਆਨ ਦੇਣ ਯੋਗ ਵਿਸ਼ੇਸ਼ਤਾ ਇਹ ਹੈ ਕਿ ਉਹ ਮਨੁੱਖਾਂ ਦੇ ਹੁਕਮਾਂ ਦਾ ਪਾਲਨ ਕਰਦੇ ਹਨ। ਉਹ ਜੋ ਸ਼ਬਦ ਦਾ ਦਿਨ ਨਹੀਂ ਮਨਾਉਂਦੇ ਅਤੇ ਉਸ ਤੋਂ ਅੱਖਾਂ ਫੇਰਦੇ ਹਨ, ਉਹ ਸਭ ਝੂਠੇ ਨਬੀ ਹਨ। ਕਿ ਇਹ ਪਰਮੇਸ਼ਵਰ ਨਹੀਂ ਹਨ ਜੋ ਇਸ ਤੱਥ ਬਾਰੇ ਗਵਾਹੀ ਦਿੰਦੇ ਹਨ। ਆਓ ਵਚਨ 27 ਨਾਲ ਜਾਰੀ ਰਹੀਏ। ਉਹਦੇ ਸਰਦਾਰ ਉਹਦੇ ਵਿੱਚ ਸ਼ਿਕਾਰ ਨੂੰ ਫੜਨ ਵਾਲੇ ਬਘਿਆੜਾਂ ਵਾਂਗਰ ਹਨ। ਮਤੀ ਅਧਿਆਇ 7 ਦੇ ਅਨੁਸਾਰ, ਜਿਸ ਨੂੰ ਅਸੀਂ ਪਹਿਲਾਂ ਪੜ੍ਹਿਆ ਸੀ, ਝੂਠੇ ਨਬੀ ਭੇਡਾਂ ਦੇ ਭੇਸ ਵਿੱਚ ਤੁਹਾਡੇ ਕੋਲ ਆਉਂਦੇ ਹਨ, ਪਰ ਅੰਦਰੋਂ ਉਹ ਕੀ ਹਨ? ਉਹ ਪਾੜਨ ਵਾਲੇ ਬਘਿਆੜ ਹਨ। ਇਸ ਲਈ ਇੱਥੇ ਸਰਦਾਰ ਝੂਠੇ ਨਬੀ ਹਨ। ਉਹਦੇ ਸਰਦਾਰ ਉਹਦੇ ਵਿੱਚ ਸ਼ਿਕਾਰ ਨੂੰ ਫੜਨ ਵਾਲੇ ਬਘਿਆੜਾਂ ਵਾਂਗਰ ਹਨ।
ਜੋ ਬੇਈਮਾਨੀ ਦੇ ਲਾਭ ਦੇ ਲਈ ਲਹੂ ਵਹਾਉਂਦੇ ਅਤੇ ਜੀਵਾਂ ਨੂੰ ਨਾਸ ਕਰਦੇ ਹਨ। ਉਹ ਆਤਮਾਵਾਂ ਨਾਲ ਕੀ ਕਰਦੇ ਹਨ? ਅਸੀਂ ਦੇਖ ਸਕਦੇ ਹਾਂ ਕਿ ਉਹ ਆਤਮਾਵਾਂ ਦੀ ਨਾਸ ਵੱਲ ਅਗਵਾਈ ਕਰਦੇ ਹਨ ਅਤੇ ਜੀਵਾਂ ਨੂੰ ਨਾਸ ਕਰਦੇ ਹਨ। ਉਹਦੇ ਨਬੀ ਉਹਨਾਂ ਦੇ ਲਈ ਕੱਚੀ ਲੇਬੀ ਕਰਦੇ ਹਨ। ਕੱਚੀ ਲੇਬੀ ਦਾ ਮਤਲਬ ਦਿਖਾਵਾ ਕਰਨਾ ਹੈ। ਕੱਚੀ ਲੇਬੀ ਕਰਨਾ ਇੱਕ ਸਤ੍ਹਾ ਨੂੰ ਚਿੱਟਾ ਕਰਨ ਲਈ ਇੱਕ ਤਰਲ ਸੰਰਚਨਾ ਹੈ, ਜਿਸ ਤੋਂ ਗੰਦੇ ਧੱਬੇ ਵੀ ਚਿੱਟੇ ਅਤੇ ਸਾਫ਼ ਦਿਖ ਸਕਦੇ ਹਨ। ਉਸ ਦੇ ਨਬੀ ਉਹਨਾਂ ਲਈ ਕੱਚੀ ਲੇਬੀ ਕਰਦੇ ਹਨ, ਝੂਠੇ ਦਰਸ਼ਨ ਵੇਖਦੇ ਅਤੇ ਝੂਠੇ ਫਲ ਕੱਢਦੇ ਹਨ। ਇੱਥੇ ਇੱਕ ਨਿਰਣਾਇਕ ਕਾਰਕ ਹੈ। ਯਹੋਵਾ ਮਤਲਬ ਪਰਮੇਸ਼ਵਰ ਦੇ ਬਿਨਾਂ ਕੁਝ ਕਹੇ ਵੀ ਉਹ ਇਹ ਕਹਿ ਕੇ ਝੂਠ ਫਲ ਕੱਢਦੇ ਹਨ ਕਿ ਪ੍ਰਭੂ ਯਹੋਵਾ ਨੇ ਇਉਂ ਫਰਮਾਇਆ ਹੈ। ਕੀ ਪਰਮੇਸ਼ਵਰ ਨੇ ਕਦੇ ਕਿਹਾ ਐਤਵਾਰ ਮੇਰੀ ਆਰਾਧਨਾ ਕਰਨ ਦਾ ਦਿਨ ਹੈ, ਉਸ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖੋ? ਭਾਵੇਂ ਪਰਮੇਸ਼ਵਰ ਨੇ ਇਹ ਕਦੇ ਨਹੀਂ ਕਿਹਾ, ਮਨੁੱਖਾਂ ਨੇ ਐਤਵਾਰ ਨੂੰ ਪ੍ਰਭੂ ਦੇ ਪਵਿੱਤਰ ਦਿਨ ਦੇ ਰੂਪ ਵਿੱਚ ਨਿਯੁਕਤ ਕੀਤਾ। 321 ਈਸਵੀ ਤੋਂ ਲੈ ਕੇ ਅੱਜ ਤੱਕ ਸਾਰੇ ਚਰਚ ਐਤਵਾਰ ਦੀ ਆਰਾਧਨਾ ਮਨਾਉਣ ਦੇ ਦੁਆਰਾ ਸੂਰਜ ਦੇਵਤਾ ਦੀ ਉਪਾਸਨਾ ਕਰ ਰਹੇ ਹਨ। ਚਰਚ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਚਰਚ ਸੱਚੇ ਪਰਮੇਸ਼ਵਰ ਦੀ ਆਰਾਧਨਾ ਕਰਨ ਦੀ ਜਗ੍ਹਾ ਨਹੀਂ, ਇਹ ਸੂਰਜ ਦੇਵਤਾ ਦੀ ਉਪਾਸਨਾ ਕਰਨ ਦੀ ਜਗ੍ਹਾ ਨਹੀਂ ਹੈ। ਪਰ ਪਰਮੇਸ਼ਵਰ ਨੇ ਸਾਨੂੰ ਪਹਿਲਾਂ ਤੋਂ ਹੀ ਨਬੀ ਹਿਜਕੀਲ ਦੁਆਰਾ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਝੂਠੇ ਨਬੀ ਪ੍ਰਗਟ ਹੋਣਗੇ ਅਤੇ ਉਹਨਾਂ ਤੋਂ ਸਾਵਧਾਨ ਰਹਿਣ ਲਈ ਕਿਹਾ। ਆਓ ਵਚਨ 28 ਦੁਬਾਰਾ ਪੜ੍ਹੀਏ। ਅਤੇ ਉਹਦੇ ਨਬੀ ਉਹਨਾਂ ਦੇ ਲਈ ਕੱਚੀ ਲੇਬੀ ਕਰਦੇ ਹਨ, ਝੂਠੇ ਦਰਸ਼ਨ ਵੇਖਦੇ ਅਤੇ ਝੂਠੇ ਫਲ ਕੱਢਦੇ ਹਨ ਅਤੇ ਆਖਦੇ ਹਨ ਕਿ ਪ੍ਰਭੂ ਯਹੋਵਾ ਨੇ ਇਉਂ ਫਰਮਾਇਆ ਹੈ, ਜਦੋਂ ਕਿ ਯਹੋਵਾ ਨੇ ਨਹੀਂ ਫਰਮਾਇਆ। ਇਸ ਦੇਸ਼ ਦੇ ਲੋਕਾਂ ਨੇ ਅਤਿਆਚਾਰ ਅਤੇ ਲੁੱਟਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁੱਖ ਦਿੱਤਾ ਹੈ ਅਤੇ ਪਰਦੇਸੀਆਂ ਤੇ ਨਾਹਕ ਜ਼ਬਰ ਕੀਤਾ ਹੈ। ਮੈਂ ਉਹਨਾਂ ਵਿੱਚ ਭਾਲ ਕੀਤੀ ਕਿ ਕੋਈ ਅਜਿਹਾ ਆਦਮੀ ਲੱਭੇ ਜੋ ਕੰਧ ਬਣਾਵੇ ਅਤੇ ਉਸ ਧਰਤੀ ਦੇ ਲਈ ਉਸ ਦੇ ਝਰਨੇ ਵਿੱਚ ਮੇਰੇ ਮੋਹਰੇ ਖਲੋਵੇ, ਤਾਂ ਜੋ ਮੈਂ ਉਹਨੂੰ ਨਾ ਉਜਾੜਾਂ, ਪਰ ਕੋਈ ਨਾ ਲੱਭਿਆ। ਇਸ ਲਈ ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਇਆ ਅਤੇ ਆਪਣੇ ਕ੍ਰੋਧ ਦੀ ਅੱਗ ਨਾਲ ਉਹਨਾਂ ਨੂੰ ਮੁਕਾ ਦਿੱਤਾ ਅਤੇ ਮੈਂ ਉਹਨਾਂ ਦੀ ਕਰਨੀ ਨੂੰ ਉਹਨਾਂ ਦੇ ਸਿਰ ਦਿੱਤਾ। ਪ੍ਰਭੂ ਯਹੋਵਾ ਦਾ ਵਾਕ ਹੈ। ਨਬੀ ਹਿਜਕੀਲ ਨੇ ਝੂਠੇ ਨਬੀਆਂ ਦੀ ਵਿਸ਼ੇਸ਼ਤਾਵਾਂ ਨੂੰ ਠੀਕ ਤਰ੍ਹਾਂ ਦੱਸਿਆ। ਉਹ ਗੱਜਣ ਵਾਲੇ ਬੱਬਰ ਸ਼ੇਰ ਅਤੇ ਬਘਿਆੜ ਵਾਂਗੂ ਹੈ ਜੋ ਲੋਕਾਂ ਦੀਆਂ ਆਤਮਾਵਾਂ ਨੂੰ ਪਾੜ ਖਾਂਦੇ ਹਨ। ਉਹਨਾਂ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਇਹ ਹੈ ਕਿ ਉਹ ਸਬਤ ਦੇ ਦਿਨ ਨੂੰ, ਜਿਸ ਨੂੰ ਪਰਮੇਸ਼ਵਰ ਦੁਆਰਾ ਪਵਿੱਤਰ ਦਿਨ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ, ਨਾ ਦੇਖਦੇ, ਨਾ ਸੁਣਦੇ ਜਾਂ ਨਾ ਹੀ ਉਸ ਦਾ ਪਾਲਨ ਕਰਦੇ ਹਨ। ਪਰਮੇਸ਼ਵਰ ਦੇ ਸਬਤ ਦੇ ਦਿਨ ਨੂੰ ਨਿਯੁਕਤ ਕਰਨ ਦੇ ਬਹੁਤ ਸਾਰੇ ਕਾਰਨ ਹਨ। ਸਾਨੂੰ ਇਸ ਦਿਨ ਨੂੰ ਦੇਣ ਦੇ ਕਾਰਨਾਂ ਵਿੱਚੋਂ ਇੱਕ ਇਹ ਹੈ ਕਿ ਇਹ ਪਰਮੇਸ਼ਵਰ ਅਤੇ ਉਹਨਾਂ ਦੇ ਲੋਕਾਂ ਵਿਚਕਾਰ ਨਿਸ਼ਾਨੀ ਹੈ ਅਤੇ ਸਾਨੂੰ ਇਹ ਜਾਣਨ ਦੇਣ ਲਈ ਹੈ ਕਿ ਉਹ ਸਾਡੇ ਪਰਮੇਸ਼ਵਰ ਹਨ ਅਤੇ ਅਸੀਂ ਉਹਨਾਂ ਦੇ ਲੋਕ ਹਾਂ। ਹਾਲਾਂਕਿ ਪਰਮੇਸ਼ਵਰ ਨੇ ਸਾਨੂੰ ਇਸ ਕਾਰਨ ਤੋਂ ਸਬਤ ਦਾ ਦਿਨ ਦਿੱਤਾ, ਉਹ ਇਸ ਦੀ ਪਰਵਾਹ ਵੀ ਨਹੀਂ ਕਰਦੇ। ਉਹ ਕਹਿੰਦੇ ਹਨ ਕਿ ਸਬਤ ਦਾ ਦਿਨ ਚੰਗਾ ਹੈ। ਇਹ ਤਾਂ ਸਿਰਫ ਇੱਕ ਵਿਵਸਥਾ ਹੈ। ਇਹ ਸਿਰਫ ਇੱਕ ਵਿਵਸਥਾ ਨਹੀਂ ਹੈ, ਬਲਕਿ ਇਹ ਪਰਮੇਸ਼ਵਰ ਦੀ ਵਿਵਸਥਾ ਹੈ ਨਾ? ਅੱਜ ਕੱਲ੍ਹ ਦੇ ਚਰਚ ਪਰਮੇਸ਼ਵਰ ਦੇ ਨੇਮ ਦੀ ਪਵਿੱਤਰ ਵਿਵਸਥਾ ਦਾ ਪਾਲਨ ਨਹੀਂ ਕਰਦੇ, ਜਿਸ ਨੂੰ ਪਰਮੇਸ਼ਵਰ ਨੇ ਸਾਰੀ ਮਨੁੱਖ ਜਾਤੀ ਦੀ ਮੁਕਤੀ ਵੱਲ ਅਗਵਾਈ ਕਰਨ ਲਈ ਸਥਾਪਿਤ ਕੀਤਾ ਸੀ। ਇਸ ਲਈ ਹਾਲਾਂਕਿ ਪਰਮੇਸ਼ਵਰ ਦੀ ਮਹਿਮਾ ਹੋਣੀ ਚਾਹੀਦੀ ਹੈ, ਫਿਰ ਵੀ ਜੋ ਲੋਕ ਸਬਤ ਦੇ ਦਿਨ ਦਾ ਪਾਲਨ ਨਹੀਂ ਕਰਦੇ, ਉਹਨਾਂ ਦੁਆਰਾ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ। ਬਾਈਬਲ ਸਪਸ਼ਟ ਰੂਪ ਨਾਲ ਸਾਰਿਆਂ ਨੂੰ ਇਸ ਤੱਥ ਪ੍ਰਤੀ ਜਾਗਰੂਕ ਕਰਦੀ ਹੈ ਕਿ ਜੋ ਲੋਕ ਪਰਮੇਸ਼ਵਰ ਨੂੰ ਅਪਵਿੱਤਰ ਕਰਦੇ ਹਨ, ਉਹ ਅਸਲ ਵਿੱਚ ਝੂਠੇ ਨਬੀ ਹਨ। ਮਨੁੱਖਾਂ ਦੇ ਹੁਕਮ ਇਹ ਹਨ: ਐਤਵਾਰ ਦੀ ਆਰਾਧਨਾ ਜੋ ਸਬਤ ਦੇ ਦਿਨ ਦੀ ਜਗ੍ਹਾ ਤੇ ਮਨਾਈ ਜਾਂਦੀ ਹੈ, ਕ੍ਰਿਸਮਸ ਜਿਸ ਨੂੰ ਨਵੇਂ ਨੇਮ ਦੇ ਪਸਾਹ ਦੇ ਪਰਬ ਦੇ ਜਗ੍ਹਾ ਉੱਤੇ ਮਨਾਇਆ ਜਾਂਦਾ ਹੈ, ਜੋ ਪਰਮੇਸ਼ਵਰ ਦੁਆਰਾ ਸਦੀਪਕ ਜੀਵਨ ਦੇਣ ਲਈ ਸਥਾਪਿਤ ਕੀਤਾ ਗਿਆ ਸੀ, ਅਤੇ ਸਲੀਬ ਦੀ ਉਪਾਸਨਾ ਜੋ ਮੂਰਤੀ ਪੂਜਾ ਹੈ। ਇਹ ਸਾਰੇ ਹੁਕਮ ਅਤੇ ਸਿਧਾਂਤ ਮਨੁੱਖਾਂ ਦੁਆਰਾ ਸਥਾਪਿਤ ਕੀਤੇ ਗਏ ਹਨ ਜੋ ਪਰਮੇਸ਼ਵਰ ਦੀ ਸਤਿਕਾਰਯੋਗ ਆਰਾਧਨਾ ਨਹੀਂ ਕਰਦੇ। ਜਦੋਂ ਅਸੀਂ ਅੱਜ ਕੱਲ੍ਹ ਦੇ ਚਰਚਾਂ ਨੂੰ ਦੇਖਦੇ ਹਾਂ, ਫਿਰ ਅਸੀਂ ਆਸਾਨੀ ਨਾਲ ਸਮਝ ਸਕਦੇ ਹਾਂ ਕਿ ਉਹਨਾਂ ਦੀ ਆਰਾਧਨਾ ਦੀਆਂ ਵਿਧੀਆਂ ਮਨੁੱਖਾਂ ਦੇ ਹੁਕਮਾਂ ਅਤੇ ਸਿਧਾਂਤਾਂ ਉੱਤੇ ਆਧਾਰਿਤ ਹਨ। ਪਰਮੇਸ਼ਵਰ ਨੇ ਕਿਹਾ ਕਿ ਬਹੁਤ ਸਾਰੇ ਝੂਠੇ ਨਬੀ ਪ੍ਰਗਟ ਹੋਣਗੇ ਅਤੇ ਅਣਗਿਣਤ ਲੋਕਾਂ ਨੂੰ ਭਰਮਾਉਣਗੇ। ਸਾਨੂੰ ਉਹਨਾਂ ਦੇ ਭਰਮਾਵੇ ਵਿੱਚ ਆਉਣ ਤੋਂ ਬਚਣ ਲਈ ਪਰਮੇਸ਼ਵਰ ਨੇ ਸਾਨੂੰ ਆਪਣੇ ਹੁਕਮਾਂ ਨੂੰ ਸਿਖਾਇਆ ਅਤੇ ਵਾਰ-ਵਾਰ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਉਹਨਾਂ ਦੇ ਹੁਕਮ ਕਿੰਨੇ ਮਹੱਤਵਪੂਰਨ ਹਨ। ਝੂਠੇ ਨਬੀ ਮਨੁੱਖਾਂ ਦੇ ਹੁਕਮਾਂ ਵਿੱਚ ਲੀਨ ਰਹਿੰਦੇ ਹਨ, ਪਰ ਆਓ ਅਸੀਂ ਇਸ ਬਾਰੇ ਪਰਮੇਸ਼ਵਰ ਦੀ ਗਵਾਹੀ ਦੇਖੀਏ ਕਿ ਪਰਮੇਸ਼ਵਰ ਦੇ ਸੱਚੇ ਨਬੀ ਅਤੇ ਪਰਮੇਸ਼ਵਰ ਦੇ ਲੋਕ ਕਿੱਥੇ ਖੜੇ ਹਨ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 12 ਵਚਨ 17 ਵਿੱਚ ਪਰਮੇਸ਼ਵਰ ਦੀ ਸਿੱਖਿਆ ਦੇਖੀਏ। ਫਿਰ ਅਜਗਰ
ਵਚਨ 9 ਦੇ ਅਨੁਸਾਰ ਕਿ ਅਜਗਰ ਪੁਰਾਣੇ ਸੱਪ ਨੂੰ ਜੋ ਇਬਲਿਸ ਹੈ ਨਹੀਂ ਦਰਸਾਉਂਦਾ। ਫਿਰ ਇਬਲਿਸ ਨੂੰ ਇਸਤਰੀ ਉੱਤੇ ਕ੍ਰੋਧ ਆਇਆ ਅਤੇ ਉਹਦੇ ਵੰਸ਼ ਵਿੱਚੋਂ ਜਿਹੜੇ ਰਹਿੰਦੇ ਹਨ, ਇਸਤਰੀ ਦੇ ਵੰਸ਼ ਜਿਹੜੇ ਰਹਿੰਦੇ ਹਨ, ਕੀ ਮਨਾਉਂਦੇ ਹਨ? ਜਿਹੜੇ ਪਰਮੇਸ਼ਵਰ ਦੀਆਂ ਆਗਿਆ ਦੀ ਪਾਲਣਾ ਕਰਦੇ, ਜੋ ਇਸ ਗਲੋਬਲ ਪਿੰਡ ਵਿੱਚ ਪਰਮੇਸ਼ਵਰ ਦੀਆਂ ਵਿਧੀਆਂ, ਵਿਵਸਥਾ ਅਤੇ ਨਿਯਮਾਂ ਦਾ ਸਤਿਕਾਰ ਕਰਦੇ ਹਨ ਅਤੇ ਉਹਨਾਂ ਦਾ ਪਾਲਨ ਕਰਦੇ ਹਨ। ਸਿਰਫ ਇਹੀ ਲੋਕ ਪਰਮੇਸ਼ਵਰ ਦੀ ਸੰਤਾਨ ਹਨ। ਉਹ ਸਾਰੇ ਆਤਮਾ ਅਤੇ ਲਾੜੀ ਦੇ ਕੰਮ ਵਿੱਚ ਹਿੱਸਾ ਵੀ ਲੈਂਦੇ ਹਨ, ਜੋ ਸਾਰੀ ਮਨੁੱਖ ਜਾਤੀ ਨੂੰ ਜੀਵਨ ਦਾ ਜਲ ਅਰਥਾਤ ਸਦੀਪਕ ਜੀਵਨ ਦਿੰਦੇ ਹਨ। ਇਸ ਲਈ ਸ਼ੈਤਾਨ ਪਰਮੇਸ਼ਵਰ ਦੇ ਲੋਕਾਂ ਤੋਂ ਘਿਰਨਾ ਕਰਦਾ ਹੈ। ਉਹ ਚਾਹੁੰਦਾ ਹੈ ਕਿ ਲੋਕ ਮਨੁੱਖਾਂ ਦੇ ਹੁਕਮਾਂ ਦਾ ਪਾਲਨ ਕਰਨ ਅਤੇ ਬੇਰਹਿਮ ਬਘਿਆੜ ਦੇ ਰੂਪ ਵਿੱਚ ਕੰਮ ਕਰਨ, ਪਰ ਪਰਮੇਸ਼ਵਰ ਦੇ ਲੋਕ ਅਜਿਹਾ ਨਹੀਂ ਕਰਦੇ। ਉਹ ਪਰਮੇਸ਼ਵਰ ਦੀ ਸੱਚਾਈ ਦਾ ਪਾਲਨ ਕਰਨਾ ਜਾਰੀ ਰੱਖਦੇ ਹਨ, ਜਿਸ ਨਾਲ ਸ਼ੈਤਾਨ ਕ੍ਰੋਧ ਨਾਲ ਭਰ ਜਾਂਦਾ ਹੈ। ਅਤੇ ਅਜਗਰ ਨੂੰ ਇਸਤਰੀ ਉੱਤੇ ਕ੍ਰੋਧ ਆਇਆ ਅਤੇ ਉਹਦੇ ਵੰਸ਼ ਵਿੱਚੋਂ ਜਿਹੜੇ ਰਹਿੰਦੇ ਅਤੇ ਜਿਹੜੇ ਪਰਮੇਸ਼ਵਰ ਦੀਆਂ ਆਗਿਆ ਦੀ ਪਾਲਣਾ ਕਰਦੇ ਅਤੇ ਯੀਸ਼ੂ ਦੀ ਸਾਖੀ ਭਰਦੇ ਹਨ। ਅਜਗਰ ਕੀ ਕਰਨ ਨੂੰ ਗਿਆ? ਉਹਨਾਂ ਨਾਲ ਯੁੱਧ ਕਰਨ ਨੂੰ ਚਲਿਆ ਗਿਆ ਅਤੇ ਉਹ ਸਮੁੰਦਰ ਦੇ ਬਰੇਤੇ ਉੱਤੇ ਜਾ ਖਲੋਤਾ। ਇਸ ਦਾ ਅਰਥ ਹੈ ਕਿ ਉਹ ਇੱਕ ਦੂਸਰੇ ਦੇ ਵਿਰੁੱਧ ਖੜੇ ਹਨ। ਕਿਉਂਕਿ ਇਹ ਲੋਕ ਸ਼ੈਤਾਨ ਦੇ ਵਿਰੁੱਧ ਖੜੇ ਹਨ, ਇਸ ਲਈ ਇਹ ਪਰਮੇਸ਼ਵਰ ਵੱਲ ਹਨ। ਇਹ ਲੋਕ ਕੌਣ ਹਨ? ਇਸਤਰੀ ਅਤੇ ਇਸਤਰੀ ਦੀ ਬਾਕੀ ਸੰਤਾਨ। ਉਹਨਾਂ ਦੀਆਂ ਵਿਸ਼ੇਸ਼ਤਾਵਾਂ ਕੀ ਹਨ? ਉਹ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਦੇ ਹਨ। ਦੂਸਰੇ ਪਾਸੇ ਅਜਗਰ ਅਤੇ ਸ਼ੈਤਾਨ ਦੇ ਲੋਕ ਕਿਸ ਦਾ ਪਾਲਨ ਕਰਦੇ ਹਨ? ਉਹ ਮਨੁੱਖਾਂ ਦੇ ਹੁਕਮਾਂ ਦਾ ਪਾਲਨ ਕਰਦੇ ਹਨ। ਇਸ ਲਈ ਪਰਮੇਸ਼ਵਰ ਨੇ ਕਿਹਾ ਕਿ ਝੂਠੇ ਨਬੀਆਂ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਇਹ ਹੈ ਕਿ ਉਹ ਪਰਮੇਸ਼ਵਰ ਦੇ ਸਬਤ ਦੇ ਦਿਨ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮਨੁੱਖਾਂ ਦੇ ਹੁਕਮਾਂ ਦਾ ਪਾਲਨ ਕਰਦੇ ਹਨ। ਕਿਉਂਕਿ ਸਬਤ ਦਾ ਦਿਨ ਪਰਮੇਸ਼ਵਰ ਦਾ ਹੁਕਮ ਹੈ, ਉਹ ਉਸ ਨੂੰ ਨਜ਼ਰ ਅੰਦਾਜ਼ ਕਰਦੇ ਹਨ। ਉਹ ਪਸਾਹ ਤੋਂ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੇ, ਕਿਉਂਕਿ ਇਹ ਪਰਮੇਸ਼ਵਰ ਦਾ ਹੁਕਮ ਹੈ। ਉਹ ਪਰਮੇਸ਼ਵਰ ਦੇ ਸਾਰੇ ਹੁਕਮਾਂ ਤੋਂ ਅੱਖਾਂ ਫੇਰਦੇ ਹਨ, ਜਿਵੇਂ ਸਿਰ ਕੱਜੇ ਦਾ ਨਿਯਮ, ਜਿਸ ਦਾ ਤੁਸੀਂ ਹੁਣ ਪਾਲਨ ਕਰ ਰਹੇ ਹੋ, ਬਪਤਿਸਮਾ ਅਤੇ ਨਵੇਂ ਨੇਮ ਦੇ ਸਾਰੇ ਪਰਬ। ਇਹ ਇਸ ਲਈ ਹੈ ਕਿਉਂਕਿ ਉਹ ਮਨੁੱਖਾਂ ਦੇ ਹੁਕਮਾਂ ਤੋਂ ਸਿਖਾਏ ਜਾਂਦੇ ਹਨ। ਇਹ ਉਹਨਾਂ ਦੀ ਵਿਸ਼ੇਸ਼ਤਾ ਹੈ। ਸਲੀਬ ਦੀ ਉਪਾਸਨਾ, ਐਤਵਾਰ ਦੀ ਆਰਾਧਨਾ ਅਤੇ ਕ੍ਰਿਸਮਸ, ਇਹ ਸਾਰੇ ਕਿਹੜੇ ਦੇਵਤੇ ਦੀ ਉਪਾਸਨਾ ਲਈ ਹੈ? ਇਹ ਵਿਧੀਆਂ ਉਹਨਾਂ ਲੋਕਾਂ ਦੁਆਰਾ ਕੀਤੀਆਂ ਜਾਂਦੀਆਂ ਹਨ ਜੋ ਸੂਰਜ ਦੇਵਤਾ ਦੀ ਉਪਾਸਨਾ ਕਰਦੇ ਹਨ। ਇਹ ਵਿਧੀਆਂ ਚਰਚ ਵਿੱਚ ਗੁਪਤ ਰੂਪ ਨਾਲ ਆਈਆਂ ਅਤੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਇੱਕ ਹਿੱਸੇ ਦੇ ਰੂਪ ਵਿੱਚ ਦਿਖਾਵਾ ਕੀਤਾ, ਪਰ ਬਾਈਬਲ ਦੇ ਦ੍ਰਿਸ਼ਟੀਕੋਣ ਨਾਲ ਇਹ ਸਭ ਵਿਵਸਥਾ ਦਾ ਉਲੰਘਣ ਹੈ। ਪਰਮੇਸ਼ਵਰ ਇਹਨਾਂ ਤੋਂ ਖੁਸ਼ ਨਹੀਂ ਹੁੰਦੇ। ਇਹ ਝੂਠੇ ਨਬੀਆਂ ਦੀਆਂ ਵਿਸ਼ੇਸ਼ਤਾਵਾਂ ਹਨ। ਉਹ ਐਤਵਾਰ ਦੀ ਆਰਾਧਨਾ ਵਰਗੇ ਮਨੁੱਖਾਂ ਦੇ ਹੁਕਮਾਂ ਦਾ ਪਾਲਨ ਕਰਦੇ ਹਨ। ਆਓ ਵਿਵਸਥਾ ਸਾਰ ਅਧਿਆਇ 13 ਵਚਨ 1 ਪੜ੍ਹਨ ਦੇ ਦੁਆਰਾ ਝੂਠੇ ਨਬੀਆਂ ਦੀ ਇੱਕ ਹੋਰ ਵਿਸ਼ੇਸ਼ਤਾ ਨੂੰ ਦੇਖੀਏ। ਜੇ ਤੁਹਾਡੇ ਵਿੱਚ ਕੋਈ ਨਬੀ ਅਥਵਾ ਸੁਪਨਾ ਦੇਖਣ ਵਾਲਾ ਉੱਠੇ ਅਤੇ ਉਹ ਤੁਹਾਨੂੰ ਕੋਈ ਨਿਸ਼ਾਨ ਅਥਵਾ ਅਚਰਜ ਕੰਮ ਵਿਖਾਵੇ ਅਤੇ ਉਹ ਨਿਸ਼ਾਨ ਅਥਵਾ ਅਚਰਜ ਕੰਮ ਪੂਰਾ ਹੋ ਜਾਵੇ, ਜਿਹਦੇ ਵਿਖੇ ਉਹ ਤੁਹਾਨੂੰ ਬੋਲਿਆ ਕਿ ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚਲੀਏ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਤਾ ਸੀ ਅਤੇ ਉਹਨਾਂ ਦੀ ਪੂਜਾ ਕਰੀਏ, ਤਾਂ ਤੁਸੀਂ ਉਸ ਨਬੀ ਅਥਵਾ ਸੁਪਨਾ ਵੇਖਣ ਵਾਲੇ ਦੀਆਂ ਗੱਲਾਂ ਨੂੰ ਕੀ ਨਾ ਕਰਿਓ, ਨਾ ਸੁਣਿਓ। ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਵਰ ਤੁਹਾਨੂੰ ਪਰਖਦਾ ਹੈ ਕਿ ਉਹ ਜਾਣੇ ਭਈ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਕਰਦੇ ਹੋ। ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੇ ਮਗਰ ਚੱਲਿਓ, ਉਸ ਤੋਂ ਡਰਿਓ, ਉਸ ਦੇ ਹੁਕਮਾਂ ਦੀ ਪਾਲਣਾ ਕਰਿਓ, ਉਸ ਦੀ ਆਵਾਜ਼ ਨੂੰ ਸੁਣਿਓ, ਉਸ ਦੀ ਉਪਾਸਨਾ ਕਰਿਓ ਅਤੇ ਉਸ ਦੇ ਨਾਲ ਲੱਗੇ ਰਹਿਓ, ਅਤੇ ਉਹ ਨਬੀ ਅਥਵਾ ਸੁਪਨਿਆਂ ਦੇ ਵੇਖਣ ਵਾਲਾ ਮਾਰ ਦਿੱਤਾ ਜਾਵੇ, ਕਿਉਂ ਜੋ ਉਸ ਨੇ ਬੋਲ ਕੇ ਤੁਹਾਨੂੰ ਯਹੋਵਾ ਤੁਹਾਡੇ ਪਰਮੇਸ਼ਵਰ ਦੇ ਵਿਰੁੱਧ ਕੁਰਾਹੇ ਪਾਇਆ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਅਤੇ ਗੁਲਾਮੀ ਦੇ ਘਰ ਤੋਂ ਤੁਹਾਨੂੰ ਛੁਟਕਾਰਾ ਦਿੱਤਾ। ਉਹ ਤੁਹਾਨੂੰ ਉਸ ਰਾਹ ਤੋਂ ਜਿਹਦਾ ਯਹੋਵਾ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਚੱਲਣ ਦਾ ਹੁਕਮ ਦਿੱਤਾ ਸੀ, ਕੁਰਾਹੇ ਪਾਣਾ ਚਾਹੁੰਦਾ ਹੈ। ਯਹੋਵਾ ਪਰਮੇਸ਼ਵਰ ਨੇ ਉਹਨਾਂ ਨੂੰ ਪਸਾਹ ਦੇ ਦਿਨ ਗੁਲਾਮੀ ਦੇ ਘਰ ਅਰਥਾਤ ਮਿਸਰ ਤੋਂ ਛੁਟਕਾਰਾ ਦਿੱਤਾ। ਝੂਠੇ ਨਬੀ ਯਹੋਵਾ ਪਰਮੇਸ਼ਵਰ ਦੇ ਰਾਹ ਤੋਂ ਭਰਮਾਉਣ ਦੀ ਗੱਲ ਕਹਿੰਦੇ ਹਨ। ਕਿ ਅੱਜ ਕੱਲ੍ਹ ਦੇ ਚਰਚ ਪਸਾਹ ਮਨਾਉਂਦੇ ਹਨ, ਜੋ ਕਿ ਪਰਮੇਸ਼ਵਰ ਦੁਆਰਾ ਦਿੱਤਾ ਗਿਆ ਇੱਕ ਹੁਕਮ ਹੈ? ਨਹੀਂ, ਉਹਨਾਂ ਵਿੱਚੋਂ ਕੋਈ ਨਹੀਂ ਮੰਨਦਾ। ਹੈਰਾਨੀਜਨਕ ਰੂਪ ਨਾਲ ਕੋਈ ਵੀ ਨਹੀਂ। ਸਾਰੇ ਲੋਕੋ, ਬੇਸ਼ੱਕ ਇਹ ਕੋਈ ਅਜੀਬ ਗੱਲ ਨਹੀਂ ਹੈ। ਅਸੀਂ ਬਾਈਬਲ ਦੀ ਭਵਿੱਖਬਾਣੀਆਂ ਦੇ ਇੱਕ ਬਿੰਦੂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਪਰਮੇਸ਼ਵਰ ਪ੍ਰਕਾਸ਼ ਦੀ ਪੋਥੀ ਅਧਿਆਇ 12 ਦੇ ਦੁਆਰਾ ਸਾਨੂੰ ਜਾਣਨ ਦਿੰਦੇ ਹਨ, ਕਿਉਂਕਿ ਬਹੁਤ ਸਾਰੇ ਝੂਠੇ ਨਬੀ ਪ੍ਰਗਟ ਹੁੰਦੇ ਹਨ ਅਤੇ ਸਾਡੀ ਆਤਮਾ ਨੂੰ ਪਾੜ ਖਾਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਸਾਨੂੰ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਕਰਨਾ ਚਾਹੀਦਾ ਹੈ ਅਤੇ ਸਵਰਗੀ ਮਾਤਾ ਜੀ ਦੀ ਸੰਤਾਨ ਬਣਨਾ ਚਾਹੀਦਾ ਹੈ, ਜੋ ਸਾਨੂੰ ਸ਼ੈਤਾਨ ਦੇ ਵਿਰੁੱਧ ਮਹਾਨ ਯੁੱਧ ਵਿੱਚ ਜਿੱਤ ਦੇ ਰਾਹ ਵੱਲ ਅਗਵਾਈ ਕਰਦੀ ਹੈ। ਪਰਮੇਸ਼ਵਰ ਨੇ 3500 ਸਾਲ ਪਹਿਲਾਂ ਵਿਵਸਥਾ ਸਾਰ ਅਧਿਆਇ 13 ਵਿੱਚ ਇਹ ਵੀ ਲਿਖਿਆ ਹੈ ਕਿ ਸਾਨੂੰ ਝੂਠੇ ਨਬੀਆਂ ਦੀ ਨਹੀਂ ਸੁਣਨੀ ਚਾਹੀਦੀ ਅਤੇ ਸਾਨੂੰ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਆਓ ਫਿਰ ਤੋਂ ਉਸ ਵਚਨ ਉੱਤੇ ਇੱਕ ਨਜ਼ਰ ਪਾਈਏ। ਵਚਨ 5 ਵਿੱਚ, ਅਤੇ ਉਹ ਨਬੀ ਅਥਵਾ ਸੁਪਨਿਆਂ ਦੇ ਵੇਖਣ ਵਾਲਾ ਮਾਰ ਦਿੱਤਾ ਜਾਵੇ, ਕਿਉਂ ਜੋ ਉਸਨੇ ਬੋਲ ਕੇ ਤੁਹਾਨੂੰ ਯਹੋਵਾ ਤੁਹਾਡੇ ਪਰਮੇਸ਼ਵਰ ਦੇ ਵਿਰੁੱਧ ਕੁਰਾਹੇ ਪਾਇਆ ਹੈ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਅਤੇ ਗੁਲਾਮੀ ਦੇ ਘਰ ਤੋਂ ਤੁਹਾਨੂੰ ਛੁਟਕਾਰਾ ਦਿੱਤਾ। ਉਹ ਤੁਹਾਨੂੰ ਉਸ ਰਾਹ ਤੋਂ ਜਿਹਦਾ ਯਹੋਵਾ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਚੱਲਣ ਦਾ ਹੁਕਮ ਦਿੱਤਾ ਸੀ, ਕੀ ਕਰਨਾ ਚਾਹੁੰਦਾ ਹੈ? ਕੁਰਾਹੇ ਪਾਉਣਾ ਚਾਹੁੰਦਾ ਹੈ। ਇਉਂ ਤੁਸੀਂ ਉਸ ਬੁਰਾਈ ਨੂੰ ਆਪਣੇ ਵਿੱਚੋਂ ਕੱਢ ਦਿਓ। ਝੂਠੇ ਨਬੀ ਲੋਕਾਂ ਨੂੰ ਭੁਲਾਵੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹ ਕਰਨ ਵਿੱਚ ਅਸਫਲ ਹੋ ਜਾਣ ਜੋ ਕਰਨ ਦਾ ਹੁਕਮ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤਾ ਹੈ। ਭਾਵੇਂ ਸਾਡੇ ਉੱਤੇ ਕਿੰਨੀ ਵੀ ਮੁਸ਼ਕਲਾਂ ਕਿਉਂ ਨਾ ਆਉਣ, ਸਾਨੂੰ ਮਸੀਹ ਦੇ ਰਾਹ ਦਾ ਪਾਲਨ ਕਰਦੇ ਹੋਏ ਜਿਨ੍ਹਾਂ ਨੇ ਸਾਡੀ ਜਗ੍ਹਾ ਤੇ ਸਲੀਬ ਚੁੱਕੀ ਸਵਰਗ ਦੇ ਰਾਜ ਵੱਲ ਜਾਣਾ ਚਾਹੀਦਾ ਹੈ। ਭਾਵੇਂ ਹੀ ਲੋਕ ਪਰਮੇਸ਼ਵਰ ਦੇ ਵਚਨ ਦੇ ਇਲਾਵਾ ਕਿਸੇ ਹੋਰ ਚੀਜ਼ ਨਾਲ ਇੱਕ ਯਕੀਨਨ ਭਾਸ਼ਣ ਦੇਣ, ਜੇਕਰ ਉਹ ਜੋ ਕਹਿੰਦੇ ਹਨ, ਜੇਕਰ ਉਹ ਨਵੇਂ ਨੇਮ ਦੀ ਸਚਾਈ ਜਾਂ ਪਰਮੇਸ਼ਵਰ ਦੀਆਂ ਵਿਧੀਆਂ ਜਾਂ ਪਰਮੇਸ਼ਵਰ ਦੇ ਹੁਕਮਾਂ ਦੇ ਅਨੁਕੂਲ ਨਹੀਂ ਹੈ, ਫਿਰ ਉਹ ਝੂਠੇ ਨਬੀ ਹਨ। ਇਸ ਲਈ ਪਰਮੇਸ਼ਵਰ ਨੇ ਕਿਹਾ ਕਿ ਉਹਨਾਂ ਦੇ ਫਲ ਤੋਂ ਤੁਸੀਂ ਉਹਨਾਂ ਨੂੰ ਪਹਿਚਾਣ ਸਕਦੇ ਹੋ ਕਿ ਉਹ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਕਰਦੇ ਹਨ ਜਾਂ ਮਨੁੱਖਾਂ ਦੇ ਹੁਕਮਾਂ ਦਾ, ਕਿ ਉਹ ਸਬਤ ਦੇ ਦਿਨ ਦਾ ਪਾਲਨ ਕਰਦੇ ਹਨ ਜਾਂ ਐਤਵਾਰ ਦੀ ਆਰਾਧਨਾ ਦਾ, ਕਿ ਉਹ ਪਸਾਹ ਮਨਾਉਂਦੇ ਹਨ ਜੋ ਪਰਮੇਸ਼ਵਰ ਦਾ ਹੁਕਮ ਹੈ ਜਾਂ ਕ੍ਰਿਸਮਸ, ਕਿ ਉਹ ਸਲੀਬ ਦਾ ਇਨਕਾਰ ਕਰਦੇ ਹਨ ਜੋ ਇੱਕ ਮੂਰਤੀ ਹੈ ਜਾਂ ਉਸ ਦੀ ਉਪਾਸਨਾ ਕਰਦੇ ਹਨ। ਸਾਨੂੰ ਇਹਨਾਂ ਸਾਰੀਆਂ ਸਿੱਖਿਆਵਾਂ ਦੀ ਤੁਲਨਾ ਕਰਨ ਦੀ ਜ਼ਰੂਰਤ ਹੈ ਅਤੇ ਉਹਨਾਂ ਵਿੱਚ ਫਰਕ ਕਰਨਾ ਆਉਣਾ ਚਾਹੀਦਾ ਹੈ। ਜਦੋਂ ਅਸੀਂ ਇੱਕ-ਇੱਕ ਕਰਕੇ ਉਹਨਾਂ ਦੀ ਤੁਲਨਾ ਕਰਦੇ ਹਾਂ, ਫਿਰ ਕੀ ਅਸੀਂ ਆਸਾਨੀ ਨਾਲ ਨਹੀਂ ਸਮਝ ਸਕਦੇ ਕਿ ਕੌਣ ਸੱਚਾ ਨਬੀ ਹੈ ਤੇ ਕੌਣ ਝੂਠਾ ਨਬੀ ਹੈ? ਆਓ ਯਿਰਮੀਆ ਅਧਿਆਇ 3 ਵਚਨ 13 ਵਿੱਚ ਪਰਮੇਸ਼ਵਰ ਦੀ ਸਿੱਖਿਆ ਨੂੰ ਦੇਖੀਏ। ਨੀਰਾ ਆਪਣੀ ਬੁਰਾਈ ਨੂੰ ਮੰਨ ਲੈ ਕਿ ਤੂੰ ਯਹੋਵਾ ਆਪਣੇ ਪਰਮੇਸ਼ਵਰ ਦੇ ਵਿਰੁੱਧ ਅਪਰਾਧੀ ਹੋਈ ਅਤੇ ਤੈਂ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ ਹਰ ਹਰੇ ਰੁੱਖ ਦੇ ਹੇਠ ਖਿਲਾਰਿਆ ਅਤੇ ਮੇਰੀ ਆਵਾਜ਼ ਨਹੀਂ ਸੁਣੀ। ਯਹੋਵਾ ਦਾ ਵਾਕ ਹੈ। ਬੇਈਮਾਨ ਪੁੱਤਰੋ, ਮੁੜੋ, ਯਹੋਵਾ ਦਾ ਵਾਕ ਹੈ, ਮੈਂ ਤੁਹਾਡਾ ਮਾਲਕ ਜੋ ਹਾਂ। ਮੈਂ ਤੁਹਾਡੇ ਵਿੱਚੋਂ ਲਵਾਂਗਾ ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਟੱਬਰ ਵਿੱਚੋਂ 2 ਅਤੇ ਮੈਂ ਤੁਹਾਨੂੰ ਕਿੱਥੇ ਲਿਆਵਾਂਗਾ? ਸਿਯੋਨ ਵਿੱਚ ਲਿਆਵਾਂਗਾ। ਮੈਂ ਤੁਹਾਨੂੰ ਆਪਣੇ ਦਿਲ ਦੇ ਅਨੁਸਾਰ ਆਜੜੀ ਦਿਆਂਗਾ, ਜਿਹੜੇ ਤੁਹਾਨੂੰ ਗਿਆਨ ਅਤੇ ਸਮਝ ਨਾਲ ਚਾਰਨਗੇ। ਪਰਮੇਸ਼ਵਰ ਨੇ ਕੀ ਕਿਹਾ ਕਿ ਉਹ ਸਾਨੂੰ ਕਿੱਥੇ ਲਿਆਉਣਗੇ? ਪਰਮੇਸ਼ਵਰ ਸਾਨੂੰ ਸਿਯੋਨ ਵਿੱਚ ਲਿਆਉਣਗੇ ਅਤੇ ਉੱਥੇ ਸਾਡੀ ਦੇਖਭਾਲ ਕਰਨਗੇ। ਪਰਮੇਸ਼ਵਰ ਨੇ ਆਪਣੇ ਸਭ ਸੱਚੇ ਆਜੜੀਆਂ ਨੂੰ ਸਿਯੋਨ ਵਿੱਚ ਨਿਯੁਕਤ ਕੀਤਾ ਹੈ। ਪਰਮੇਸ਼ਵਰ ਯਿਰਮੀਆ ਅਧਿਆਇ 3 ਵਿੱਚ ਗਵਾਹੀ ਦਿੰਦਾ ਹੈ ਕਿ ਉਹ ਇੱਕ-ਇੱਕ ਕਰਕੇ ਸਵਰਗੀ ਸੰਤਾਨਾਂ ਨੂੰ ਸਿਯੋਨ ਵਿੱਚ ਅਗਵਾਈ ਕਰਨਗੇ ਤਾਂ ਜੋ ਉੱਥੇ ਉਹਨਾਂ ਦੀ ਦੇਖਭਾਲ ਕੀਤੀ ਜਾ ਸਕੇ। ਸਿਯੋਨ ਕਿਸ ਤਰ੍ਹਾਂ ਦੀ ਜਗ੍ਹਾ ਹੈ? ਯਸ਼ਾਇਆ ਅਧਿਆਇ 33 ਦੇ ਅਨੁਸਾਰ ਸਿਯੋਨ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਦੇ ਹੁਕਮਾਂ ਅਤੇ 3 ਵਾਰ ਵਿੱਚ 7 ਪਰਬਾਂ ਦਾ ਪਾਲਨ ਕੀਤਾ ਜਾਂਦਾ ਹੈ। ਪਰਮੇਸ਼ਵਰ ਦੇ ਸੱਚੇ ਲੋਕ ਸਿਯੋਨ ਵਿੱਚ ਹਨ, ਜਿੱਥੇ ਪਰਬ ਮਨਾਏ ਜਾਂਦੇ ਹਨ। ਇਹਨਾਂ ਸੰਬੰਧਿਤ ਵਚਨਾਂ ਦੁਆਰਾ ਬਾਈਬਲ ਸਾਨੂੰ ਜਾਗਰੂਕ ਕਰਦੀ ਹੈ ਕਿ ਉਹ ਸਥਾਨ ਜਿੱਥੇ ਪਰਮੇਸ਼ਵਰ ਦੇ ਸੱਚੇ ਲੋਕ ਅਤੇ ਸੱਚੇ ਨਬੀ ਰਹਿੰਦੇ ਹਨ, ਸਿਯੋਨ ਹੈ। ਜਦੋਂ ਰਾਜਾ ਯੋਸ਼ੀਆ ਅਤੇ ਰਾਜਾ ਹਿਜਕੀਆ ਨੇ ਪਰਮੇਸ਼ਵਰ ਦੇ ਹੁਕਮਾਂ ਨੂੰ ਨਹੀਂ ਜਾਣਿਆ, ਉਦੋਂ ਉਹਨਾਂ ਨੇ ਮੂਰਤੀ ਪੂਜਾ ਕੀਤੀ। ਪਰ ਜਦੋਂ ਉਹਨਾਂ ਨੇ ਪਰਮੇਸ਼ਵਰ ਦੇ ਹੁਕਮਾਂ ਨੂੰ ਸਿੱਖਿਆ, ਫਿਰ ਉਹਨਾਂ ਨੇ ਸਾਰੀਆਂ ਮੂਰਤੀਆਂ ਨੂੰ ਚੂਰ-ਚੂਰ ਕਰ ਦਿੱਤਾ ਅਤੇ ਪਸਾਹ ਨੂੰ ਪਵਿੱਤਰਤਾ ਨਾਲ ਮਨਾਇਆ। ਕਿ ਅਸੀਂ ਦੂਸਰਾ ਰਾਜਾ ਅਧਿਆਇ 23 ਵਿੱਚ ਰਾਜਾ ਯੋਸ਼ੀਆ ਦੁਆਰਾ ਕੀਤੇ ਗਏ ਕੰਮ ਦਾ ਰਿਕਾਰਡ ਨਹੀਂ ਲੱਭ ਸਕਦੇ? ਅਸੀਂ ਦੂਸਰਾ ਇਤਿਹਾਸ ਅਧਿਆਇ 30 ਵਿੱਚ ਰਾਜਾ ਹਿਜਕੀਆ ਦੇ ਦੁਆਰਾ ਕੀਤੇ ਕੰਮ ਦਾ ਵੀ ਰਿਕਾਰਡ ਪਾ ਸਕਦੇ ਹਾਂ। ਪਰ ਅੱਜ ਝੂਠੇ ਨਬੀ ਕਹਿੰਦੇ ਹਨ, ਮੈਂ ਜਾਣਦਾ ਹਾਂ ਕਿ ਬਾਈਬਲ ਕੀ ਕਹਿੰਦੀ ਹੈ, ਪਰ ਮੈਂ ਫਿਰ ਵੀ ਉਸ ਦਾ ਪਾਲਨ ਨਹੀਂ ਕਰਾਂਗਾ। ਭਾਵੇਂ ਬਾਈਬਲ ਕਹਿੰਦੀ ਹੈ ਕਿ ਇਹ ਸੱਚਾਈ ਹੈ, ਫਿਰ ਵੀ ਉਹ ਪਰਮੇਸ਼ਵਰ ਦੀਆਂ ਸਿੱਖਿਆਵਾਂ ਦਾ ਪਾਲਨ ਨਹੀਂ ਕਰਦੇ। ਅਜਿਹਾ ਇਸ ਲਈ ਹੈ ਕਿਉਂਕਿ ਉਹਨਾਂ ਦੇ ਮਨ ਮਨੁੱਖਾਂ ਦੇ ਹੁਕਮਾਂ ਵਿੱਚ ਲੀਨ ਹਨ। ਇਸ ਲਈ ਉਹ ਕਦੇ ਵੀ ਪਰਮੇਸ਼ਵਰ ਦੇ ਹੁਕਮਾਂ ਨੂੰ ਸਵੀਕਾਰ ਨਹੀਂ ਕਰਦੇ। ਇਸ ਲਈ ਝੂਠੇ ਨਬੀਆਂ ਦੇ ਬਾਰੇ ਪਰਮੇਸ਼ਵਰ ਨੇ ਹਿਜਕੀਲ ਨਬੀ ਦੇ ਦੁਆਰਾ ਕਿਹਾ, ਮੇਰੇ ਸਬਤਾਂ ਤੋਂ ਉਹਨਾਂ ਨੇ ਅੱਖਾਂ ਫੇਰ ਲਈਆਂ, ਸੋ ਮੈਂ ਉਹਨਾਂ ਵਿੱਚ ਪਲੀਤ ਹੋਇਆ। ਉਹਨਾਂ ਵਿਚਕਾਰ ਪਰਮੇਸ਼ਵਰ ਦੀ ਮਹਿਮਾ ਨਹੀਂ ਕੀਤੀ ਜਾਂਦੀ, ਬਲਕਿ ਉਹਨਾਂ ਨੂੰ ਪਲੀਤ ਕੀਤਾ ਜਾਂਦਾ ਹੈ। ਆਓ ਅਸੀਂ ਇਸ ਮਾਮਲੇ ਨੂੰ ਇੱਕ ਵਾਰ ਫਿਰ ਆਪਣੇ ਦਿਲਾਂ ਉੱਤੇ ਚਿਤਰਿਤ ਕਰੀਏ ਤਾਂ ਜੋ ਅਸੀਂ ਇਸ ਤਰ੍ਹਾਂ ਦੇ ਕੰਮ ਵਿੱਚ ਨਾ ਫਸੀਏ। ਆਓ ਅਸੀਂ ਸਭ ਸਿਯੋਨ ਦੀਆਂ ਸੰਤਾਨਾਂ ਬਣੀਏ ਜੋ ਪਰਮੇਸ਼ਵਰ ਦੀਆਂ ਵਿਧੀਆਂ, ਵਿਵਸਥਾਵਾਂ ਅਤੇ ਨਿਯਮਾਂ ਦਾ ਸਤਿਕਾਰ ਕਰਦੀ ਹੈ। ਆਓ ਅਸੀਂ ਐਲੋਹੀਮ ਪਰਮੇਸ਼ਵਰ ਨੂੰ ਸਾਡੀ ਸਿਯੋਨ ਵੱਲ ਅਗਵਾਈ ਕਰਨ ਲਈ ਸਦੀਪਕ ਧੰਨਵਾਦ ਅਤੇ ਮਹਿਮਾ ਦਈਏ। ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।